ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਇੰਡੀਅਨ ਪੋਲਿਟੀ ਦੇ ਇੱਕ ਟੌਪਿਕ ਪ੍ਰੈਂਬਲ ਦੀ। ਲੇਕਿਨ ਇਹ ਜੋ ਆਪਾਂ ਟੌਪਿਕ ਕਰਾਂਗੇ ਇਹ ਸ਼ਾਰਟ ਵਿਊ ਰਿਵੀਜ਼ਨ ਹੋਏਗੀ ਇਸ ਦੀ, ਔਰ ਇਸ ਸੀਰੀਜ਼ ਦੇ ਵਿੱਚ ਇਹ ਆਪਾਂ ਮੰਨ ਕੇ ਚੱਲਦੇ ਹਾਂ ਕਿ ਇਹ ਟੌਪਿਕ ਤੁਹਾਨੂੰ ਆਉਂਦਾ ਜਸਟ ਇਸ ਦੀ ਜੋ ਰਿਵੀਜ਼ਨ ਹੈ ਉਹ ਆਪਾਂ ਕਰਨੀ ਹੈ। ਤਾਂ ਪ੍ਰੈਂਬਲ ਦੇ ਵਿੱਚ ਆਪਾਂ ਇੱਕ ਤਾਂ ਅਮੈਂਡਮੈਂਟ ਦੇਖਾਂਗੇ ਜੋ 42ਵੀਂ ਅਮੈਂਡਮੈਂਟ ਹੋਈ, ਔਰ ਇਹ ਜੋ 3 ਸ਼ਬਦ ਪ੍ਰੈਂਬਲ ਦੇ ਵਿੱਚ ਇਨਕਲੂਡ ਕੀਤੇ ਗਏ ਉਹਦੇ ਲਈ ਸੁਪਰੀਮ ਕੋਰਟ ਦੇ ਜੋ ਕੇਸ ਸੀਗੇ ਉਹਨਾਂ ਦੀ ਆਪਾਂ ਗੱਲ ਕਰਨੀ ਹੈ। ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ। ਦੇਖੋ, ਪ੍ਰੈਂਬਲ ਦੀ ਗੱਲ ਕਰੀਏ ਤਾਂ ਪ੍ਰੈਂਬਲ ਜਿਸ ਨੂੰ ਪ੍ਰਸਤਾਵਨਾ ਵੀ ਕਿਹਾ ਜਾਂਦਾ ਹੈ, ਔਰ ਪ੍ਰੈਂਬਲ ਦਾ ਐਕਚੁਅਲ ਮਤਲਬ ਹੁੰਦਾ ਹੈ ਫਸਟ ਪੇਜ। ਠੀਕ ਹੈ, ਫਸਟ ਪੇਜ, ਪਹਿਲਾ ਪੰਨਾ। ਔਰ ਪ੍ਰੈਂਬਲ ਨੂੰ N.A. ਪਾਲਕੀਵਾਲਾ ਨੇ ਜੋ ਸੀ ਉਹ ਪਛਾਣ ਪੱਤਰ ਵੀ ਕਿਹਾ ਸੀ। ਤਾਂ ਅਗਰ ਤੁਹਾਨੂੰ ਕੁਐਸਚਨ ਆ ਜੇ ਕਿ ਪ੍ਰੈਂਬਲ ਨੂੰ ਪਛਾਣ ਪੱਤਰ ਕਿਸ ਨੇ ਕਿਹਾ, ਤਾਂ ਉਹ N.A. ਪਾਲਕੀਵਾਲਾ ਨੇ ਇਸ ਨੂੰ ਪਛਾਣ ਪੱਤਰ ਕਿਹਾ ਸੀਗਾ। ਪ੍ਰਸਤਾਵਨਾ ਜੋ ਆਈ ਇਹ ਕਿੱਥੋਂ ਡਰਾਈਵ ਹੋਈ, ਤਾਂ ਤੁਹਾਨੂੰ ਪਤਾ ਹੀ ਹੈ ਕਿ 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਇੱਕ ਲੈਟਰ ਰੀਡ ਕੀਤਾ ਗਿਆ, ਔਰ ਇਸ ਲੈਟਰ ਨੂੰ ਬੋਲਿਆ ਗਿਆ ਆਬਜੈਕਟਿਵ ਰੈਜ਼ੋਲੂਸ਼ਨ, ਔਰ ਇਸੇ ਹੀ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪ੍ਰੈਂਬਲ ਦਾ ਨਾਮ ਦਿੱਤਾ ਗਿਆ। ਤਾਂ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਪ੍ਰੈਂਬਲ ਜਿਹੜਾ ਸੀਗਾ ਉਸ ਨੂੰ ਸ਼ਾਮਿਲ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ। ਠੀਕ ਹੈ, 26 ਨਵੰਬਰ 1949 ਨੂੰ ਅਡਾਪਟ ਕੀਤਾ ਗਿਆ ਪ੍ਰੈਂਬਲ ਦੇ ਕਨਸੈਪਟ ਨੂੰ, ਔਰ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀਗਾ। ਹੁਣ ਇਸ ਪ੍ਰਸਤਾਵਨਾ ਦੇ ਵਿੱਚ ਸਿਰਫ ਵਨ ਟਾਈਮ, ਠੀਕ ਹੈ, ਸਿਰਫ ਵਨ ਟਾਈਮ ਹੀ ਜੋ ਹੈ ਉਹ ਅਮੈਂਡਮੈਂਟ ਹੋਈ ਹੈ, ਸਿਰਫ ਇੱਕ ਵਾਰ ਅਮੈਂਡਮੈਂਟ ਹੋਈ ਹੈ। ਔਰ ਇਹ ਕਿਹੜੀ ਅਮੈਂਡਮੈਂਟ ਹੋਈ ਹੈ, ਤਾਂ ਇਹ ਪ੍ਰਸਤਾਵਨਾ ਦੇ ਵਿੱਚ ਸਿਰਫ ਇੱਕ ਵਾਰ ਅਮੈਂਡਮੈਂਟ ਹੋਈ, 42ਵੀਂ ਅਮੈਂਡਮੈਂਟ। ਠੀਕ ਹੈ, 42ਵੀਂ ਸੰਵਿਧਾਨਿਕ ਸੋਧ 1976 ਦੇ ਵਿੱਚ ਇਹ ਅਮੈਂਡਮੈਂਟ ਹੋਈ ਸੀ, ਔਰ ਇਸ ਅਮੈਂਡਮੈਂਟ ਦੇ ਵਿੱਚ 3 ਸ਼ਬਦ ਨਵੇਂ ਜੋੜੇ ਗਏ ਸੀ ਸਾਡੇ ਸੰਵਿਧਾਨ ਦੇ ਵਿੱਚ। ਉਹ ਸੀਗੇ ਸੋਸ਼ਲਿਜ਼ਮ ਮਤਲਬ ਸਮਾਜਵਾਦੀ, ਫਿਰ ਧਰਮ ਨਿਰਪੱਖ ਮਤਲਬ ਸੈਕੂਲਰ, ਔਰ ਫਿਰ ਜੋੜਿਆ ਗਿਆ ਅਖੰਡਤਾ ਮਤਲਬ ਇੰਟੀਗ੍ਰਿਟੀ। ਤੋ ਇਹ 3 ਸ਼ਬਦ ਜਿਹੜੇ ਸੀਗੇ ਉਹ ਸਾਡੇ ਸੰਵਿਧਾਨ ਦੇ ਵਿੱਚ ਜੋੜੇ ਗਏ ਸੀਗੇ। ਲੇਕਿਨ ਇਹਨਾਂ ਸ਼ਬਦਾਂ ਨੂੰ ਜੋੜਨ ਤੋਂ ਪਹਿਲਾਂ ਇੱਕ ਬਹਿਸ ਛਿੜੀ ਕਿ ਪ੍ਰੈਂਬਲ ਦੇ ਵਿੱਚ ਅਮੈਂਡਮੈਂਟ ਕੀਤੀ ਵੀ ਜਾ ਸਕਦੀ ਹੈ ਜਾਂ ਨਹੀਂ ਕੀਤੀ ਜਾ ਸਕਦੀ। ਤਾਂ ਇਸ ਚੀਜ਼ ਦੇ ਲਈ ਜਿਹੜੇ ਸੀਗੇ ਉਹ ਕੇਸ ਹੋਏ, 3 ਕੇਸ ਸੁਪਰੀਮ ਕੋਰਟ ਦੇ ਆਪਾਂ ਡਿਸਕਸ ਕਰਨੇ ਆ। ਲੇਕਿਨ ਉਸ ਤੋਂ ਪਹਿਲਾਂ ਇਹ ਯਾਦ ਰੱਖਿਓ ਕਿ ਪ੍ਰੈਂਬਲ ਇੱਕ ਨॉन ਜਸਟਿਸਏਬਲ ਕਨਸੈਪਟ ਹੈ, ਮਤਲਬ ਇਸ ਨੂੰ ਕਾਨੂੰਨੀ ਤੌਰ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਤਾਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਾਂਗ ਪ੍ਰਸਤਾਵਨਾ ਇੱਕ ਜਿਹੜਾ ਹੈਗਾ ਉਹ ਅਦਾਲਤਾਂ ਵੱਲੋਂ ਲਾਗੂ ਨਹੀਂ ਕਰਵਾਇਆ ਜਾ ਸਕਦਾ। ਅਗਰ ਸੁਪਰੀਮ ਕੋਰਟ ਦੇ ਹੁਣ ਆਪਾਂ ਕੇਸਿਸ ਦੀ ਗੱਲ ਕਰੀਏ ਤਾਂ 3 ਕੇਸ ਤੁਸੀਂ ਯਾਦ ਰੱਖ ਸਕਦੇ ਹੋ। ਇੱਕ ਹੈ ਬੀਰੂਬਾਰੀ ਯੂਨੀਅਨ ਕੇਸ ਜੋ 1960 ਦੇ ਵਿੱਚ ਆਇਆ, ਔਰ ਇੱਕ ਹੈ ਕੇਸ਼ਵਾਨੰਦ ਭਾਰਤੀ ਕੇਸ ਜੋ 1973 ਦੇ ਵਿੱਚ ਆਇਆ, ਔਰ ਫਿਰ ਉਸ ਤੋਂ ਬਾਅਦ LIC ਦਾ ਇੱਕ ਕੇਸ 1995 ਦਾ ਆਇਆ। ਤਾਂ ਬੀਰੂਬਾਰੀ ਯੂਨੀਅਨ ਕੇਸ 1960 ਦੇ ਵਿੱਚ ਕੀ ਹੈ ਕਿ ਪ੍ਰਸਤਾਵਨਾ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ, ਮਤਲਬ ਸੁਪਰੀਮ ਕੋਰਟ ਨੇ ਆਪਣਾ ਜੋ ਡਿਸੀਜਨ ਦਿੱਤਾ ਉਸ ਦੇ ਵਿੱਚ ਇਹ ਕਿਹਾ ਕਿ ਇਹ ਜੋ ਪ੍ਰੈਂਬਲ ਹੈ ਇਜ਼ ਨਾਟ ਅ ਪਾਰਟ ਆਫ ਕੌਨਸਟੀਟਿਊਸ਼ਨ, ਸਾਡੇ ਸੰਵਿਧਾਨ ਦਾ ਇਹ ਪਾਰਟ ਨਹੀਂ ਹੈ। ਇਸ ਕਰਕੇ ਇਸ ਤੇ ਮਤਲਬ ਪ੍ਰੈਂਬਲ ਤੇ ਸਾਡੇ ਸੰਵਿਧਾਨ ਦਾ ਪਾਰਟ 20 ਔਰ ਆਰਟੀਕਲ ਜਿਹੜਾ ਹੈ ਉਹ 368 ਲਾਗੂ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਔਰ ਤੁਹਾਨੂੰ ਪਤਾ ਹੀ ਹੈ ਕਿ ਇਸ ਦੇ ਦੁਆਰਾ ਆਪਾਂ ਆਪਣੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਦੇ ਹਾਂ। ਠੀਕ ਹੈ, ਤਾਂ ਇਹ ਜੋ ਅਮੈਂਡਮੈਂਟ ਦਾ ਕਨਸੈਪਟ ਹੈ ਉਹ ਸਾਡੇ ਪ੍ਰੈਂਬਲ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਲੇਕਿਨ ਉਸ ਤੋਂ ਬਾਅਦ ਇੱਕ ਹੋਰ ਕੇਸ ਆਇਆ ਕੇਸ਼ਵਾਨੰਦ ਭਾਰਤੀ ਕੇਸ 1973, ਔਰ ਇਸ ਕੇਸ ਦੇ ਵਿੱਚ ਪ੍ਰਸਤਾਵਨਾ ਨੂੰ ਸਾਡੇ ਸੰਵਿਧਾਨ ਦਾ ਹਿੱਸਾ ਮੰਨਿਆ ਗਿਆ। ਮਤਲਬ ਇਹ ਕਿਹਾ ਗਿਆ ਕਿ ਪ੍ਰੈਂਬਲ ਜਿਹੜਾ ਹੈ ਉਹ ਜਿਹੜਾ ਹੈ is the part of the constitution।
ਸਾਡੇ ਸੰਵਿਧਾਨ ਦਾ ਇਹ ਪਾਰਟ ਹੈ ਔਰ ਇਹ ਇੰਟਰਨਲ ਪਾਰਟ ਹੈ ਔਰ ਇਸ ਦੇ ਵਿੱਚ ਇਹ ਜੋ ਪਾਰਟ ਹੈ ਇਹ ਜੋ ਆਰਟੀਕਲ ਹੈ ਲਾਗੂ ਕੀਤਾ ਜਾ ਸਕਦਾ ਹੈ। ਮਤਲਬ ਕੁੱਲ ਮਿਲਾ ਕੇ ਇਸ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਤਾਂ ਇਸ ਦੇ ਵਿੱਚ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ ਸੀ ਔਰ ਇਸ ਦੇ ਵਿੱਚ ਜੋ ਹੈ ਉਹ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਤਾਂ ਇਹੀ ਕਾਰਨ ਰਿਹਾ ਕਿ ਇਸ ਦੇ ਵਿੱਚ ਇੱਕ ਅਮੈਂਡਮੈਂਟ ਹੋਈ 42ਵੀਂ ਸੰਵਿਧਾਨਿਕ ਸੋਧ 1976 ਦੀ ਜਿਹੜੀ ਹੈ ਇਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀਗੀ। ਉਸ ਤੋਂ ਬਾਅਦ ਇੱਕ ਕੇਸ ਹੋਰ ਹੋਇਆ LIC ਦਾ ਕੇਸ ਔਰ ਇਸ LIC ਦੇ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਫਿਰ ਦੁਹਰਾਇਆ ਔਰ ਇਹ ਜੋ ਕੇਸ਼ਵਾਨੰਦ ਭਾਰਤੀ ਕੇਸ ਵਾਲਾ ਸੀ, ਕੇਸ਼ਵਾਨੰਦ ਭਾਰਤੀ ਜੋ ਕੇਸ ਸੀਗਾ, ਠੀਕ ਹੈ, ਇਸ ਕੇਸ ਦੇ ਫੈਸਲੇ ਨੂੰ ਹੀ ਰਿਪੀਟ ਕੀਤਾ ਸੀ ਸੁਪਰੀਮ ਕੋਰਟ ਦੇ ਲਈ। ਹੁਣ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਆਪਣੇ ਲਈ ਬਹੁਤ ਇੰਪੋਰਟੈਂਟ ਕੇਸ ਹੈ ਕੇਸ਼ਵਾਨੰਦ ਭਾਰਤੀ ਕੇਸ ਔਰ ਇਹ 1973 ਵਿੱਚ ਆਇਆ ਔਰ ਇਹ ਕੇਰਲਾ ਸਰਕਾਰ ਦੇ ਅਗੇਂਸਟ ਆਇਆ ਸੀ ਔਰ ਇਹ ਸਭ ਤੋਂ ਵੱਡਾ ਕੇਸ ਹੈ। ਕਹਿੰਦੇ ਨੇ ਕਿ ਇਸ ਦੇ ਵਿੱਚ ਜੋ ਬੈਂਚ ਬੈਠਾ ਸੀ ਉਹ 13 ਜੱਜਾਂ ਦਾ ਜਿਹੜਾ ਸੀਗਾ ਉਹ ਬੈਂਚ ਬੈਠਾ ਸੀਗਾ। ਤਾਂ ਇਸ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਆਪਾਂ ਕੀ ਦੇਖਿਆ ਕਿ ਇੱਕ ਪ੍ਰਸਤਾਵਨਾ ਦਾ ਜੋ ਕਨਸੈਪਟ ਹੈ ਇਹ ਕਿੱਥੋਂ ਡਰਾਈਵ ਹੋਇਆ, ਇਸ ਦੇ ਵਿੱਚ ਕਿਹੜੀ ਅਮੈਂਡਮੈਂਟ ਹੋਈ ਔਰ ਇਸ ਦੇ ਨਾਲ ਰਿਲੇਟਡ ਕਿਹੜੇ ਕੇਸ ਹੈ ਜੋ ਤੁਸੀਂ ਯਾਦ ਰੱਖਣੇ ਨੇ, ਕਿਉਂਕਿ ਤੁਹਾਡੇ ਪੀਟੈਟ ਜਾਂ ਮਾਸਟਰ ਕੈਡਰ ਦੇ ਵਿੱਚ ਡਾਇਰੈਕਟਲੀ ਇਹ ਕਨਸੈਪਟ ਜਿਹੜੇ ਆ ਉਹ ਪੁੱਛੇ ਜਾਂਦੇ ਨੇ। तो थैंक यू फॉर वाचिंग। प्लीज़ मेरे चैनल ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। तो थैंक यू।